ਸ੍ਰੀ ਵਾਹਿਗੁਰੂ ਸਾਹਿਬ ਜੀ। ਚੰਦਨ ਵਾਸ ਵਣਾਸਪਤ, ਸਭ ਚੰਦਨ ਹੋਵੈ। ਅਸ਼ਟ ਧਾਤ ਇਕ ਧਾਤ ਹੋਏ, ਸੰਗ ਪਾਰਸ ਢੋਵੈ। ਨਦੀਆਂ ਨਾਲੇ ਵਾਹੜੇ, ਮਿਲ ਗੰਗ ਗੰਗੋਵੈ। ਪਤਿਤ ਉਦਾਹਰਣ ਸਾਧ ਸੰਗ, ਪਾਪਾਂ ਮਲ ਧੋਵੈ। ਨਰਕ ਨਿਵਾਰ ਅਸੰਖ ਹੋਏ, ਲਖ ਪਤਿਤ ਸੰਗੋਵੈ। ਆਪੇ ਆਪ ਵਰਤਦਾ, ਗੁਰਮੁਖ ਅਲੋਵੈ। ਆਪੇ ਆਪ ਵਰਤਦਾ, ਗੁਰਮੁਖ ਅਲੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਆਪ ਜੀ ਨੇ ਦੂਜੀ ਵਾਰ ਦੀ 16ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਦੂਜੀ ਵਾਰ ਦੇ ਵਿੱਚ ਆਪੇ ਆਪ ਵਰਤਦਾ ਇਹ ਸਿਧਾਂਤ ਸਾਨੂੰ ਬਖਸ਼ ਰਹੇ ਹੈ। ਪਰਮਾਤਮਾ ਆਪ ਹੀ ਸਾਰਿਆਂ ਰੰਗਾਂ ਰੂਪਾਂ ਦੇ ਵਿੱਚ, ਇਸ ਅਨੇਕਤਾ ਦੇ ਵਿੱਚ ਉਹ ਆਪ ਵਸ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ। ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਫਰਮਾਉਂਦੇ ਹੈ, ਜਿੰਨੀ ਵੀ ਬਨਸਪਤੀ ਹੈ, ਜਿੰਨੇ ਵੀ ਰੁੱਖ ਪੇੜ ਪੌਦੇ ਹੈ, ਇਸ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਪਰ ਸਾਹਮਣੇ ਦਿਸਦੀ ਨਹੀਂ। ਸਗਲ ਦੂਧ ਮਹਿ ਕੀਆ, ਜਿੰਨਾ ਵੀ ਦੁੱਧ ਹੁੰਦਾ ਹੈ, ਦੁੱਧ ਦੇ ਵਿੱਚ ਘਿਓ ਹੈ, ਦਿਸਦਾ ਨਹੀਂ। ਇਸੇ ਤਰ੍ਹਾਂ ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉੱਚੇ ਨੀਵੇਂ ਜੋ ਵੀ ਨੇ, ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਘਟ ਘਟ ਦੇ ਵਿੱਚ ਪਰਮੇਸ਼ਰ ਵਸਦਾ ਹੈ। ਧਨਾਸਰੀ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ। ਪਾਤਸ਼ਾਹ ਜੀ ਕਹਿੰਦੇ, ਐ ਮਨ, ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਭਟਕਦਾ ਹੈ? ਉੱਥੇ ਕਿਉਂ ਖੋਜਣ ਜਾਂਦਾ ਹੈ ਜੰਗਲਾਂ ਵਿੱਚ? ਸਰਬ ਨਿਵਾਸੀ, ਉਹ ਤਾਂ ਹਰ ਥਾਂ 'ਤੇ ਵਸਦਾ ਹੈ। ਸਦਾ ਅਲੇਪਾ, ਹਰ ਥਾਂ 'ਤੇ ਵਸਦਾ ਹੋਇਆ ਵੀ ਨਿਰਲੇਪ ਹੈ।
ਤੋਹੀ ਸੰਗ ਸਮਾਈ, ਉਹ ਤੇਰੇ ਨਾਲ ਵਸ ਰਿਹਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹੈ, ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜਹੁ ਪਾਈ। ਪੋਹਪ ਮਦ ਜਿਉ ਬਾਸ ਬਸਤ ਹੈ, ਫੁੱਲਾਂ ਦੇ ਵਿੱਚ ਜਿਵੇਂ ਸੁਗੰਧੀ ਵਸਦੀ ਹੈ। ਫੁੱਲ ਦਾ ਰੂਪ ਰੰਗ ਤਾਂ ਹੈ, ਆਕਾਰ ਹੈ, ਪਰ ਸੁਗੰਧੀ ਦਾ ਨਾ ਕੋਈ ਰੂਪ ਹੈ, ਨਾ ਆਕਾਰ ਹੈ, ਕੋਈ ਰੰਗ ਨਹੀਂ ਉਸ ਦਾ। ਪਰ ਜਦੋਂ ਅਸੀਂ ਫੁੱਲ ਦੇ ਨੇੜੇ ਜਾਂਦੇ ਹਾਂ, ਸਾਨੂੰ ਸੁਗੰਧੀ ਆਉਂਦੀ ਹੈ। ਜੇ ਕੋਈ ਕਵੇ ਵੀ ਦਿਸਦੀ ਨਹੀਂ, ਉਹ ਇਹਨਾਂ ਬਾਹਰ ਦੀਆਂ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ। ਫੁੱਲਾਂ ਵਿੱਚ ਜਿਵੇਂ ਸੁਗੰਧੀ ਵਸਦੀ ਹੈ, ਮੁਕਰ ਮਾਹੀ ਜੈਸੇ ਛਾਈ, ਸ਼ੀਸ਼ੇ ਦੇ ਵਿੱਚ ਜਿਵੇਂ ਪ੍ਰਤਿਬਿੰਬ ਪਰਛਾਵਾਂ ਹੁੰਦਾ ਹੈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜਹੁ ਪਾਈ। ਸਾਹਿਬ ਜੀ ਫਰਮਾਉਂਦੇ, ਇਸੇ ਤਰ੍ਹਾਂ ਪਰਮਾਤਮਾ ਹਰ ਥਾਂ 'ਤੇ ਵਸਦਾ ਹੈ, ਤੇਰੇ ਹਿਰਦੇ ਦੇ ਵਿੱਚ ਹੈ, ਤੂੰ ਉਸ ਦੀ ਖੋਜ ਕਰ, ਅੰਤਰਾਤਮੇ ਹੋ ਕੇ ਲੱਭ। ਬਾਹਰ ਭੀਤਰ ਏਕੋ ਜਾਨਹੁ, ਇਹੋ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭਰਮ ਕੀ ਕਾਈ। ਘਰ ਦੇ ਅੰਦਰ, ਘਰ ਦੇ ਬਾਹਰ, ਸਰੀਰ ਘਰ ਦੇ ਅੰਦਰ, ਸਰੀਰ ਘਰ ਦੇ ਬਾਹਰ, ਉਹ ਇੱਕ ਵਸਦਾ ਹੈ, ਉਹਨੂੰ ਜਾਣ। ਇਹੋ ਗੁਰ ਗਿਆਨ ਬਤਾਈ, ਗੁਰੂ ਦਾ ਗਿਆਨ ਹੀ ਇਹ ਗੱਲਾਂ ਤੈਨੂੰ ਦੱਸਦਾ ਹੈ ਵੀ ਉਹ ਹਰ ਥਾਂ 'ਤੇ ਹੈ। ਜਨ ਨਾਨਕ ਬਿਨ ਆਪਾ ਚੀਨੈ, ਜਦੋਂ ਤੱਕ ਬੰਦਾ ਆਪਣੇ ਆਪ ਨੂੰ ਨਹੀਂ ਜਾਣਦਾ, ਮੇਰਾ ਵਾਸਤਵਿਕ ਸਵਰੂਪ ਕੀ ਹੈ, ਉਦੋਂ ਤੱਕ ਜਿਹੜੀ ਭਰਮ ਦੀ ਕਾਈ ਹੈ ਨਾ, ਇਹਦੇ ਅੰਦਰੋਂ ਦੂਰ ਨਹੀਂ ਹੁੰਦੀ। ਜਦੋਂ ਤੱਕ ਭਰਮ ਨਹੀਂ ਦੂਰ ਹੋਵੇਗਾ, ਇਹ ਬੰਦਾ ਭੁਲੇਖੇ ਵਿੱਚ ਹੀ ਰਹੇਗਾ, ਅਸਲੀਅਤ ਨੂੰ ਨਹੀਂ ਸਮਝ ਪਾਵੇਗਾ। ਤਾਂ ਹੀ ਪਾਤਸ਼ਾਹ ਜੀ ਕਹਿੰਦੇ ਹੈ, ਭੱਬਾ ਭਰਮ ਮਿਟਾਵਹੁ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ, ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾਂ ਬਿਖਮ ਇਹ ਮਾਏ। ਬੰਦਾ ਭਰਮ ਦੇ ਵਿੱਚ ਹੈ, ਭੁਲੇਖੇ ਦੇ ਵਿੱਚ ਹੈ, ਅਤੇ ਭਰਮ ਐਸਾ ਹੁੰਦਾ ਹੈ, ਅਸਲੀਅਤ ਨੂੰ ਨਹੀਂ ਬੰਦਾ ਸਮਝ ਪਾਉਂਦਾ, ਕਿਉਂਕਿ ਅਗਿਆਨਤਾ ਦਾ ਹਨੇਰਾ ਹੈ, ਵਾਸਤਵਿਕ ਸਰੂਪ ਨੂੰ ਨਹੀਂ ਜਾਣ ਪਾਉਂਦਾ। ਹਨੇਰੇ ਵਿੱਚ ਰੱਸੀ ਵੀ ਸੱਪ ਲੱਗਦੀ ਹੈ, ਜਦੋਂ ਚਾਨਣ ਹੋ ਜਾਏ ਫਿਰ ਉਹ ਬਣਿਆ ਹੋਇਆ ਕਾਲਪਨਿਕ ਗਿਆਨ ਸੱਪ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਜਦੋਂ ਮਨੁੱਖ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ, ਫਿਰ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਬੰਦਾ ਅਸਲੀਅਤ ਨੂੰ ਸਮਝ ਜਾਂਦਾ ਹੈ। ਪਰਮਾਤਮਾ ਹਰ ਥਾਂ 'ਤੇ ਵਸਦਾ ਹੈ। ਆਓ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਪਿਆਰ ਭਾਵਨਾ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ। ਚੰਦਨ ਵਾਸ ਵਣਾਸਪਤ, ਸਭ ਚੰਦਨ ਹੋਵੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਕਹਿੰਦੇ ਜਿਵੇਂ ਚੰਦਨ ਕਿਸੇ ਜੰਗਲ ਵਿੱਚ ਹੋਵੇ ਅਤੇ ਚੰਦਨ ਦੇ ਆਲੇ ਦੁਆਲੇ ਜਿਹੜੀ ਬਨਸਪਤੀ ਹੁੰਦੀ ਹੈ, ਭਾਵੇਂ ਇਰੰਡ ਹੈ, ਸਿੰਬਲ ਹੈ, ਜਾਂ ਹੋਰ ਰੁੱਖ ਨੇ, ਬਨਸਪਤੀ ਹੈ, ਉਹ ਚੰਦਨ ਵਰਗੀ ਸੁਗੰਧੀ ਵਾਲੇ ਹੀ ਹੋ ਜਾਂਦੇ ਹੈ। ਚੰਦਨ ਵਾਸ ਵਣਾਸਪਤ, ਸਭ ਚੰਦਨ ਹੋਵੇ। ਜਿਵੇਂ ਚੰਦਨ ਵਿੱਚੋਂ ਖੁਸ਼ਬੂ ਆਉਂਦੀ ਹੈ, ਸੁਗੰਧੀ ਆਉਂਦੀ ਹੈ, ਚੰਦਨ ਦੇ ਜਿੰਨੇ ਨੇੜੇ ਨੇੜੇ ਹੁੰਦੇ ਨੇ ਨਾ ਰੁੱਖ ਬੂਟੇ,
ਉਹ ਵੀ ਚੰਦਨ ਵਰਗੇ ਹੀ ਹੋ ਜਾਂਦੇ ਹੈ। ਉਹਨਾਂ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆਉਂਦੀ ਹੈ। ਅਸ਼ਟ ਧਾਤ ਇਕ ਧਾਤ ਹੋਏ, ਸੰਗ ਪਾਰਸ ਢੋਵੈ। 8 ਧਾਤਾਂ ਇੱਕ ਧਾਤ ਬਣ ਜਾਂਦੀਆਂ ਨੇ। ਕਦੋਂ? ਸੰਗ ਪਾਰਸ ਢੋਵੈ। ਢੋਵੈ ਮੈਨੇ ਜਦੋਂ ਮਿਲਦੀਆਂ ਨੇ, ਮਿਲਣਾ। ਜਦੋਂ ਪਾਰਸ ਦੇ ਨਾਲ ਮਿਲਦੀਆਂ ਨੇ, ਪਾਰਸ ਦੇ ਨਾਲ ਛੂੰਹਦੀਆਂ ਨੇ, ਤਾਂ 8 ਧਾਤਾਂ ਇੱਕ ਧਾਤ ਸੋਨਾ ਬਣ ਜਾਂਦੀਆਂ ਨੇ। ਪਾਰਸ ਦੀ ਵੱਟੀ ਜਦੋਂ ਨਾਲ ਮਿਲਦੀ ਹੈ ਤਾਂ ਉਹ ਸੋਨਾ ਬਣ ਜਾਂਦੀ ਹੈ। ਨਦੀਆਂ ਨਾਲੇ ਵਾਹੜੇ, ਮਿਲ ਗੰਗ ਗੰਗੋਵੈ। ਨਦੀਆਂ, ਨਾਲੇ ਤੇ ਵਾਹੜੇ ਜਿਹੜੇ ਛੋਟੇ ਨਿੱਕੇ ਨਾਲੇ ਹਨ, ਉਹ ਗੰਗਾ ਦੇ ਨਾਲ ਮਿਲ ਕੇ ਗੰਗਾ ਦਾ ਹੀ ਰੂਪ ਹੋ ਜਾਂਦੇ ਹੈ। ਜਿਵੇਂ ਗੰਗਾ ਪਵਿੱਤਰ ਮੰਨੀ ਗਈ ਹੈ, ਗੰਗਾ ਦੇ ਪਾਣੀ ਵਰਗਾ ਹੀ ਉਹਨਾਂ ਦਾ ਪਾਣੀ ਹੋ ਜਾਂਦਾ ਹੈ। ਪਵਿੱਤਰ ਬਣ ਜਾਂਦੇ ਨੇ, ਗੰਗਾ ਵਿੱਚ ਮਿਲ ਕੇ ਗੰਗਾ ਹੀ ਬਣ ਜਾਂਦੇ ਨੇ, ਫਿਰ ਉਹ ਵੱਖਰੇ ਨਹੀਂ ਰਹਿੰਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜਿਵੇਂ ਚੰਦਨ ਉਹਦੇ ਨੇੜੇ ਵਸਣ ਵਾਲੇ ਉਹ ਚੰਦਨ ਦੀ ਖੁਸ਼ਬੂ ਵਾਲੇ ਬਣ ਜਾਂਦੇ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਨੇੜੇ ਵੱਸਦੇ ਹੈ, ਗੁਰੂ ਦੀ ਸੰਗਤ ਕਰਦੇ ਹੈ, ਗੁਰੂ 'ਤੇ ਅਕੀਦਾ ਭਰੋਸਾ ਰੱਖਦੇ ਹੈ, ਬਚਨ ਕਮਾਉਂਦੇ ਹੈ, ਉਹ ਫਿਰ ਗੁਰੂ ਵਰਗੇ ਹੀ ਬਣ ਜਾਂਦੇ ਹੈ। ਗੁਣਾਂ ਨੂੰ ਧਾਰਨ ਕਰਕੇ ਜੀਵਨ ਨੂੰ ਸਵਾਰ ਲੈਂਦੇ। ਉਹਨਾਂ ਦੇ ਵਿੱਚੋਂ ਫਿਰ ਭਗਤੀ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਜਿਵੇਂ 8 ਧਾਤਾਂ ਪਾਰਸ ਦੇ ਨਾਲ ਮਿਲ ਕੇ ਸੋਨਾ ਬਣ ਜਾਂਦੀਆਂ ਨੇ, ਇਸੇ ਹੀ ਤਰ੍ਹਾਂ ਜਿਹੜਾ ਮਨੁੱਖ 8 ਪਹਿਰ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਸ਼ੁੱਧ ਸੋਨੇ ਦੀ ਨਿਆਈ ਬਣ ਜਾਂਦਾ ਹੈ। ਲੋਕ ਪਰਲੋਕ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਉਹ ਪ੍ਰਵਾਨ ਹੋ ਜਾਂਦਾ ਹੈ, ਉਹ ਕੀਮਤੀ ਬਣ ਜਾਂਦਾ ਹੈ। ਨਦੀਆਂ ਨਾਲੇ ਵਾਹੜੇ, ਮਿਲ ਗੰਗ ਗੰਗੋਵੈ। ਨਦੀਆਂ, ਨਾਲੇ, ਹੋਰ ਛੋਟੇ ਨਾਲੇ ਗੰਗਾ ਨਾਲ ਮਿਲ ਕੇ ਗੰਗਾ ਦਾ ਹੀ ਰੂਪ ਹੋ ਜਾਂਦੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਹੈ, ਜਿਉਂ ਮੀਂਹੇ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਮਹਾਰਾਜ ਜੀ ਫਰਮਾਉਂਦੇ, ਜਿਵੇਂ ਮੀਂਹ ਪੈਂਦਾ ਹੈ ਤਾਂ ਗਲੀਆਂ ਨਾਲਿਆਂ ਅਤੇ ਟੋਭਿਆਂ ਦਾ ਜਿਹੜਾ ਪਾਣੀ ਹੈ, ਜਾਏ ਪਵੈ ਵਿੱਚ ਸੁਰਸਰੀ, ਜਦੋਂ ਉਹ ਪਾਣੀ ਗੰਗਾ ਵਿੱਚ ਜਾ ਕੇ ਪੈਂਦਾ ਹੈ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਗੰਗਾ ਦੇ ਨਾਲ ਮਿਲਦਿਆਂ ਹੀ ਉਹ ਪਵਿੱਤਰ ਪਾਵਨ ਹੋ ਜਾਂਦਾ ਹੈ। ਉਹ ਫਿਰ ਵੱਖਰੇ ਨਹੀਂ ਰਹਿੰਦੇ, ਗੰਗਾ ਦਾ ਰੂਪ ਹੋ ਜਾਂਦੇ ਹੈ। ਸੋ ਇਸੇ ਹੀ ਤਰ੍ਹਾਂ ਜਿਹੜੇ ਗੁਰੂ ਦੇ ਨਾਲ ਮਿਲ ਜਾਂਦੇ ਹੈ, ਉਹ ਫਿਰ ਗੁਰੂ ਦਾ ਹੀ ਰੂਪ ਹੋ ਜਾਂਦੇ ਹੈ। ਭਾਈ ਲਹਿਣੇ ਨੇ ਸੇਵਾ ਕਮਾਈ, ਗੁਰੂ ਦਾ ਰੂਪ ਹੋ ਗਏ, ਗੁਰਿਆਈ ਮਿਲ ਗਈ। ਸੋ ਇਸ ਤਰ੍ਹਾਂ ਸੰਗਤ ਦਾ ਬਹੁਤ ਵੱਡਾ ਫਲ ਹੈ। ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਤਾਂ ਸਾਡਾ ਜੀਵਨ ਸਵਰ ਜਾਂਦਾ ਹੈ। ਨਦੀਆਂ ਨਾਲੇ ਗੰਗਾ ਨਾਲ ਮਿਲ ਕੇ ਗੰਗਾ ਦਾ ਰੂਪ ਬਣ ਜਾਂਦੇ ਹੈ। ਪਤਿਤ ਉਦਾਹਰਣ ਸਾਧ ਸੰਗ, ਪਾਪਾਂ ਮਲ ਧੋਵੈ। ਇਸੇ ਤਰ੍ਹਾਂ ਸਾਧ ਸੰਗਤ ਪਾਪੀਆਂ ਨੂੰ ਪਾਰ ਕਰਨ ਵਾਲੀ ਹੈ। ਪਤਿਤ ਉਦਾਹਰਣ ਸਾਧ ਸੰਗ, ਸਾਧ ਸੰਗਤ ਐਸੀ ਥਾਂ ਹੈ ਜੋ ਪਾਪੀਆਂ ਦਾ ਉਧਾਰ ਕਰ ਦਿੰਦੀ ਹੈ। ਪਾਪਾਂ ਮਲ ਧੋਵੈ, ਉਹ ਪਾਪਾਂ ਦੀ ਮੈਲ ਧੋ ਦਿੰਦੀ ਹੈ ਸਾਧ ਸੰਗਤ। ਤਾਂ ਹੀ ਪਾਤਸ਼ਾਹ ਜੀ ਵਾਰ-ਵਾਰ ਬਾਣੀ ਦੇ ਵਿੱਚ ਸਾਨੂੰ ਸਾਧ ਸੰਗਤ ਕਰਨ ਦਾ ਉਪਦੇਸ਼ ਦਿੰਦੇ ਹੈ। ਇੱਥੇ ਆ ਕੇ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ। ਨਰਕ ਨਿਵਾਰ ਅਸੰਖ ਹੋਏ, ਲੱਖ ਪਤਿਤ ਸੰਗੋਵੈ। ਲੱਖਾਂ ਹੀ ਪਾਪੀ ਜਦੋਂ
ਸਾਧ ਸੰਗਤ ਕਰਦੇ ਹੈ ਤਾਂ ਫਿਰ ਉਹ ਆਪਣੇ ਪਾਪਾਂ ਨੂੰ ਦੂਰ ਕਰ ਲੈਂਦੇ ਹੈ, ਉਹਨਾਂ ਦਾ ਨਰਕਾਂ ਵਿੱਚ ਜਾਣਾ ਟਲ ਜਾਂਦਾ ਹੈ। ਨਰਕ ਨਿਵਾਰ, ਨਰਕਾਂ ਵਿੱਚ ਜਾਣ ਤੋਂ ਉਹ ਆਪਣੇ ਆਪ ਨੂੰ ਟਾਲ ਲੈਂਦੇ ਹੈ। ਸਾਧ ਸੰਗਤ ਕਰਨ ਦੇ ਨਾਲ ਅਣਗਿਣਤ ਹੀ ਪਾਪੀਆਂ ਦੇ ਨਰਕ ਟਲ ਜਾਂਦੇ ਹੈ, ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ। ਆਪੇ ਆਪ ਵਰਤਦਾ ਗੁਰਮੁਖ ਅਲੋਵੈ। ਇਸ ਤਰ੍ਹਾਂ ਸੰਗਤ ਕਰਕੇ ਪਾਪੀਆਂ ਤੋਂ ਪਵਿੱਤਰ ਹੋਇਆ ਕੋਈ ਗੁਰਮੁਖ ਹੀ ਜਾਣਦਾ ਹੈ ਕਿ ਉਹ ਪ੍ਰਭੂ ਪਰਮੇਸ਼ਰ ਆਪ ਹੀ ਆਪ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਅਤੇ ਉਸ ਨੂੰ ਸਾਰਿਆਂ ਵਿੱਚ ਵਸਦੇ ਹੋਏ ਨੂੰ ਕੇਵਲ ਗੁਰਮੁਖ ਜਨ ਹੀ ਅਲੋਵੈ ਦਾ ਅਰਥ ਹੈ ਦੇਖਦੇ ਨੇ। ਗੁਰਮੁਖ ਦੇਖ ਲੈਂਦੇ ਨੇ, ਉਹ ਸਾਰਿਆਂ ਦੇ ਵਿੱਚ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਉਹ ਜਾਣਦੇ ਨੇ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ, ਸੋ ਆਪੇ ਆਪ ਹੀ ਸਾਰੇ ਪਾਸੇ ਪਰਮੇਸ਼ਰ ਵਰਤ ਰਿਹਾ ਹੈ। ਦੀਪਕ ਹੇਤ ਪਤੰਗ ਦਾ, ਜਲ ਮੀਨ ਤਰੰਦਾ। ਹੁਣ ਅਗਲੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਨੇ ਪਰਮੇਸ਼ਰ ਦੇ ਮਿਲਾਪ ਵਾਸਤੇ ਪ੍ਰੇਮ ਕਿਹੋ ਜਿਹਾ ਹੋਵੇ। ਜੇ ਪ੍ਰਮਾਤਮਾ ਨੂੰ ਮਿਲਣਾ ਹੈ, ਕਿਵੇਂ ਉਹਨੂੰ ਪ੍ਰੇਮ ਕਰੀਏ, ਉਦਾਹਰਣਾਂ ਦੇ ਕੇ ਸਮਝਾਉਂਦੇ ਹੈ। ਦੀਪਕ ਹੇਤ ਪਤੰਗ ਦਾ, ਪਤੰਗੇ ਦਾ ਦੀਵੇ ਦੇ ਨਾਲ ਪਿਆਰ ਹੈ। ਜਲ ਮੀਨ ਤਰੰਦਾ, ਮੱਛੀ ਦਾ ਪਾਣੀ ਦੇ ਨਾਲ ਪ੍ਰੇਮ ਹੈ। ਮੱਛੀ ਪਾਣੀ ਦੇ ਵਿੱਚ ਤਰਦੀ ਹੈ, ਪਾਣੀ ਵਿੱਚ ਰਹਿੰਦੀ ਹੈ। ਜਿਹੜਾ ਪਤੰਗਾ ਹੁੰਦਾ ਨਾ ਭੰਬਟ, ਪਤੰਗੇ ਨੂੰ ਦੀਵੇ ਦੇ ਨਾਲ ਪਿਆਰ ਹੈ ਅਤੇ ਮੱਛੀ ਨੂੰ ਪਾਣੀ ਦੇ ਨਾਲ ਪਿਆਰ ਹੈ। ਪਤੰਗੇ ਦਾ ਪਿਆਰ ਦੀਵੇ ਨਾਲ ਤਾਂ ਹੀ ਉਹ ਉੱਡ ਕੇ ਆਉਂਦਾ ਹੈ ਅਤੇ ਦੀਵੇ ਦੇ ਉੱਤੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਤੋਂ ਬਾਹਰ ਕੱਢੋ ਫਿਰ ਉਹ ਮਰ ਜਾਂਦੀ ਹੈ। ਪਾਤਸ਼ਾਹ ਨੇ ਬਹੁਤ ਵਾਰ ਬਾਣੀ ਦੇ ਵਿੱਚ ਸਾਨੂੰ ਇਹ ਉਦਾਹਰਣਾਂ ਦੇ ਦੇ ਕੇ ਸਮਝਾਇਆ ਹੈ। ਮੱਛੀ ਵਾਂਗ ਪ੍ਰੇਮ ਕਰ ਸਤਿਗੁਰੂ ਦੀ ਬਾਣੀ ਨੂੰ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜਿਉਂਦੀ ਰਹਿੰਦੀ, ਤੂੰ ਵੀ ਗੁਰੂ ਕੀ ਬਾਣੀ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਮਿਰਗ ਨਾਦ ਵਿਸਮਾਦ ਹੈ, ਭਵਰ ਕਵਲ ਵਸੰਦਾ। ਜਿਹੜਾ ਮਿਰਗ ਹੈ, ਹਿਰਨ, ਨਾਦ ਵਿਸਮਾਦ ਹੈ, ਉਹ ਘੰਡੇ ਹੇੜੇ ਦੇ ਸ਼ਬਦ ਦੇ ਉੱਤੇ ਮਸਤ ਹੋ ਜਾਂਦਾ ਹੈ। ਘੰਡੇ ਹੇੜੇ ਦੇ ਸ਼ਬਦ ਦੇ ਨਾਲ ਇੰਨਾ ਪ੍ਰੇਮ ਹੈ, ਜਦੋਂ ਸ਼ਿਕਾਰੀ ਫੜਨ ਵਾਸਤੇ ਉਹ ਸ਼ਬਦ ਕਰਦਾ ਹੈ ਤਾਂ ਉੱਥੇ ਆ ਕੇ ਆਪਣਾ ਕੰਨ ਲਾ ਦਿੰਦਾ ਹੈ, ਸ਼ਿਕਾਰੀ ਉਹਨੂੰ ਫੜ ਲੈਂਦਾ ਹੈ। ਸ਼ਬਦ ਦੇ ਨਾਲ ਉਹਦਾ ਪ੍ਰੇਮ ਹੈ, ਉਹਦੇ ਵਿੱਚ ਮਸਤ ਹੁੰਦਾ ਹੈ। ਭਵਰ ਕਵਲ ਵਸੰਦਾ, ਭੌਰਾ ਜਿਹੜਾ ਹੈ ਉਹਦਾ ਕਮਲ ਫੁੱਲ ਦੇ ਨਾਲ ਪ੍ਰੇਮ ਹੈ। ਮੰਡਰਾਉਂਦਾ ਹੋਇਆ ਉੱਡਦਾ ਆਉਂਦਾ ਹੈ, ਕਮਲ ਫੁੱਲ 'ਤੇ ਬਹਿ ਕੇ ਮਕਰੰਦ ਰਸ ਚੂਸਦਾ ਹੈ। ਸ਼ਾਮ ਨੂੰ ਪੰਖੜੀਆਂ ਕੌਲ ਫੁੱਲ ਦੀਆਂ ਬੰਦ ਹੁੰਦੀਆਂ ਨੇ, ਭੌਰਾ ਵਿੱਚ ਹੀ ਬੰਦ ਹੋ ਜਾਂਦਾ ਹੈ। ਕਈ ਵਾਰ ਸਾਹ ਘੁੱਟ ਕੇ ਹੀ ਉਹਦੀ ਮੌਤ ਹੋ ਜਾਂਦੀ ਹੈ। ਉਹ ਇੰਨਾ ਮਸਤ ਹੁੰਦਾ, ਉਹਨੂੰ ਉੱਡਣ ਦਾ ਚੇਤਾ ਹੀ ਭੁੱਲ ਜਾਂਦਾ ਹੈ। ਭੌਰੇ ਦੀ ਪ੍ਰੀਤ ਹੈ ਕੌਲ ਫੁੱਲ ਦੇ ਨਾਲ। ਚੰਦ ਚਕੋਰ ਪ੍ਰੀਤ ਹੈ, ਦੇਖ ਧਿਆਨ ਧਰੰਦਾ। ਚੰਦ ਨਾਲ ਚਕੋਰ ਦੀ ਪ੍ਰੀਤੀ ਹੈ। ਚੰਦਰਮਾ ਨੂੰ ਵੇਖ ਕੇ ਚਕੋਰ ਉਹਦੇ ਵੱਲ ਹੀ ਧਿਆਨ ਧਾਰਦਾ ਹੈ। ਇੱਕ ਟੱਕ ਚਕੋਰ ਉਹਦੇ ਵੱਲ ਦੇਖਦਾ ਰਹਿੰਦਾ ਹੈ। ਚਕਵੀ ਸੂਰਜ ਹੇਤ ਹੈ, ਸੰਜੋਗ ਬਣੰਦਾ। ਚਕਵੀ ਨੂੰ ਸੂਰਜ ਦੇ ਨਾਲ ਪਿਆਰ ਹੈ। ਸੰਜੋਗ ਬਣੰਦਾ, ਕਿਉਂਕਿ ਜਦੋਂ ਸੂਰਜ ਉਦੈ ਹੁੰਦਾ ਹੈ, ਚੜ੍ਹਦਾ ਹੈ, ਤਾਂ ਹੀ ਚਕਵੀ ਦਾ ਚਕਵੇ ਦੇ ਨਾਲ ਸੰਜੋਗ ਬਣਦਾ ਹੈ।
ਸੋ ਚਕਵੀ ਦੀ ਪ੍ਰੀਤ ਜਿਹੜੀ ਹੈ ਉਹ ਸੂਰਜ ਦੇ ਨਾਲ ਹੈ। ਨਾਰ ਪਤਾਰ ਪਿਆਰ ਹੈ, ਮਾਂ ਪੁੱਤ ਮਿਲੰਦਾ। ਨਾਰ ਦਾ, ਇਸਤਰੀ ਦਾ, ਪਤਨੀ ਦਾ ਜਿਹੜਾ ਪਿਆਰ ਹੈ ਉਹ ਆਪਣੇ ਪਤੀ ਦੇ ਨਾਲ ਹੈ। ਮਾਂ ਪੁੱਤ ਮਿਲਣ ਦਾ, ਮਾਂ ਅਤੇ ਪੁੱਤਰ ਦਾ ਪਿਆਰ ਹੈ। ਮਾਂ ਪੁੱਤਰ ਨੂੰ ਮਿਲ ਕੇ ਪ੍ਰਸੰਨ ਹੁੰਦੀ ਹੈ, ਖੁਸ਼ ਹੁੰਦੀ ਹੈ। ਜਿਸ ਮਾਂ ਦਾ ਪੁੱਤ ਵਿਛੜ ਜਾਂਦਾ ਉਹ ਮਾਂ ਜਾਣਦੀ ਹੈ ਪੁੱਤ ਦੇ ਵਿਛੋੜੇ ਦਾ ਦੁੱਖ ਕਿੰਨਾ ਹੁੰਦਾ ਹੈ। ਸਾਹਿਬ ਜੀ ਕਹਿੰਦੇ ਨੇ ਮਾਂ ਅਤੇ ਪੁੱਤ ਦਾ ਡਾਢਾ ਪਿਆਰ ਹੈ। ਬਾਣੀ ਵਿੱਚ ਵੀ ਪਾਤਸ਼ਾਹ ਨੇ ਬਚਨ ਕੀਤੇ ਨੇ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਜਦੋਂ ਪੁੱਤਰ ਕੁਝ ਮੁੱਖ ਵਿੱਚ ਪਾਉਂਦਾ ਨਾ ਤਾਂ ਮਾਂ ਬਹੁਤ ਖੁਸ਼ ਹੁੰਦੀ ਹੈ, ਮੇਰਾ ਪੁੱਤਰ ਖਾ ਰਿਹਾ ਹੈ। ਸੋ ਮਾਂ ਦਾ ਪਿਆਰ ਹੈ ਪੁੱਤਰ ਦੇ ਨਾਲ ਅਤੇ ਪਤਨੀ ਦਾ ਪਿਆਰ ਹੈ ਪਤੀ ਦੇ ਨਾਲ। ਆਪੇ ਆਪ ਵਰਤਦਾ ਗੁਰਮੁਖ ਪਰਚੰਦਾ। ਪ੍ਰੇਮ ਰੂਪ ਹੋ ਕੇ ਪ੍ਰਮਾਤਮਾ ਆਪੇ ਆਪ ਹੀ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਗੁਰਮੁਖ ਜਨ ਇਸ ਭੇਦ ਨੂੰ ਜਾਣ ਕੇ ਵਾਹਿਗੁਰੂ ਜੀ ਦੇ ਉੱਤੇ ਪਤੀਜਦੇ ਨੇ, ਪਰਮੇਸ਼ਰ 'ਤੇ ਪ੍ਰਸੰਨ ਹੁੰਦੇ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜਿੰਨੀਆਂ ਇਹ ਉਦਾਹਰਣਾਂ ਦਿੱਤੀਆਂ ਨੇ ਨਾ, ਇਹਨਾਂ ਸਾਰਿਆਂ ਦੇ ਵਿੱਚ ਪ੍ਰੇਮ ਰੂਪ ਹੋ ਕੇ, ਪ੍ਰੀਤ ਰੂਪ ਹੋ ਕੇ ਪਰਮੇਸ਼ਰ ਆਪ ਹੀ ਵਸ ਰਿਹਾ ਹੈ। ਜਾਪ ਸਾਹਿਬ ਵਿੱਚ ਕਲਗੀਧਰ ਦਾ ਅਸੀਂ ਬਚਨ ਪੜ੍ਹਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਜਤਰ ਤਤਰ, ਜਿੱਥੇ ਕਿਤੇ, ਭਾਵ ਸਾਰੀਆਂ ਥਾਵਾਂ 'ਤੇ, ਦਿਸਾ ਵਿਸਾ, ਸਾਰੀਆਂ ਦਿਸ਼ਾਵਾਂ ਦੇ ਵਿੱਚ, ਉਪਦਿਸ਼ਾਵਾਂ ਦੇ ਵਿੱਚ ਹੋਏ ਫੈਲਿਓ ਅਨੁਰਾਗ। ਪ੍ਰੇਮ ਰੂਪ ਹੋ ਕਰਕੇ ਉਹ ਫੈਲਿਆ ਹੋਇਆ ਹੈ ਪਰਮਾਤਮਾ। ਪ੍ਰੇਮ ਦੇ ਬੀਜ ਹਰੇਕ ਦੇ ਵਿੱਚ ਉਹਨੇ ਟਿਕਾਏ ਨੇ। ਜੋਗੀ ਬੀਨ ਵਜਾਉਂਦਾ ਹੈ, ਸੱਪ ਮੇਲਦਾ ਹੈ। ਅੰਬਾਂ 'ਤੇ ਬੂਰ ਆਉਂਦਾ ਹੈ, ਕੋਇਲ ਬੈਠ ਕੇ ਗਾਉਂਦੀ ਹੈ। ਤੋ ਪ੍ਰੇਮ ਦੇ ਬੀਜ ਹਰੇਕ ਦੇ ਵਿੱਚ ਟਿਕਾਏ ਨੇ ਪਰਮੇਸ਼ਰ ਨੇ, ਅਤੇ ਪ੍ਰੇਮ ਰੂਪ ਹੋ ਕਰਕੇ ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਗੁਰਮੁਖ ਉਹਦੇ 'ਤੇ ਪਰਚਦੇ ਨੇ, ਪ੍ਰਸੰਨ ਹੁੰਦੇ ਹੈ। ਅਗਲੀ 18ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਅੱਖੀਂ ਅੰਦਰ ਦੇਖਦਾ ਸਭ ਚੋਜ ਵਿਡਾਣਾ। ਹੁਣ ਇੱਕ ਮਨ ਦੀ ਗੱਲ ਕਰਦੇ ਹੈ ਕਿ ਜਿਹੜਾ ਮਨ ਹੈ ਨਾ ਉਹ ਸਾਡਾ ਇੱਕ ਹੈ ਇਸ ਸਰੀਰ ਦੇ ਵਿੱਚ। ਅੱਖਾਂ ਦੇ ਰਾਹੀਂ ਉਹ ਵੇਖਦਾ ਹੈ, ਅੱਖਾਂ ਦੇ ਵਿੱਚ ਵਸ ਕੇ ਵੇਖਦਾ ਹੈ। ਜਿਹੜਾ ਮਨ ਹੈ ਉਹ ਅੱਖਾਂ ਦੇ ਵਿੱਚ ਵਸਦਾ ਹੋਇਆ ਵੇਖ ਰਿਹਾ ਹੈ। ਸਭ ਚੋਜ ਵਿਡਾਣਾ, ਸਾਰੇ ਅਸਚਰਜ ਜਿਹੜੇ ਕੌਤਕ ਨੇ ਉਹਨਾਂ ਸਾਰਿਆਂ ਅਸਚਰਜ ਕੌਤਕਾਂ ਨੂੰ ਮਨ ਵੇਖਦਾ ਹੈ। ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਕੰਨਾਂ ਨਾਲ ਉਹ ਸਾਰੇ ਆਖਾਣ ਕਹਿੰਦੇ ਪ੍ਰਸੰਗਾਂ ਨੂੰ, ਜਿੰਨੇ ਪ੍ਰਸੰਗ ਨੇ ਕਥਾ ਕੀਰਤਨ ਦੇ ਜਾਂ ਹੋਰ, ਕੰਨਾਂ ਦੇ ਨਾਲ ਉਹ ਸਾਰੇ ਪ੍ਰਸੰਗਾਂ ਨੂੰ ਸੁਰਤ ਕਰਕੇ ਧਿਆਨ ਦੇ ਨਾਲ ਸੁਣਦਾ ਹੈ। ਸਾਡੇ ਕੰਨ ਤਾਂ ਸਦਾ ਸਾਡੇ ਨਾਲ ਹੀ ਨੇ ਨਾ, ਪਰ ਜਦੋਂ ਕੋਈ ਗੱਲ ਕਰ ਰਿਹਾ ਹੋਵੇ, ਜੇ ਸਾਡਾ ਧਿਆਨ ਨਾ ਹੋਵੇ, ਮਨ ਕਿਤੇ ਹੋਰ ਹੋਵੇ, ਕੋਲ ਬੈਠੇ ਬੰਦੇ ਦੀ ਕਹੀ ਹੋਈ ਗੱਲ ਨੂੰ ਅਸੀਂ ਸੁਣ ਨਹੀਂ ਸਕਦੇ, ਕਿਉਂਕਿ ਮਨ ਕਿਤੇ ਦੂਜੇ ਪਾਸੇ ਗਿਆ ਹੋਇਆ ਹੈ। ਆਪਾਂ ਨੂੰ ਕਹਿੰਦੇ ਹਾਂ ਵੀ ਫੇਰ ਦੱਸੀ ਕੀ ਕਿਹਾ, ਮੇਰਾ ਧਿਆਨ ਹੋਰ ਪਾਸੇ ਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਅੱਖਾਂ ਰਾਹੀਂ ਸਾਰੇ ਅਸਚਰਜ ਕੌਤਕਾਂ ਨੂੰ ਵੇਖ ਰਿਹਾ ਹੈ। ਕੰਨਾਂ ਦੇ ਵਿੱਚ ਵਸ ਕੇ ਇਹ ਜਿਹੜਾ ਮਨ ਹੈ ਪ੍ਰਸੰਗਾਂ ਨੂੰ, ਕਥਾ ਕੀਰਤਨ ਨੂੰ ਸੁਣਦਾ ਹੈ। ਜੀਭੇ ਅੰਦਰ ਬੋਲਦਾ ਬਹੁ ਸਾਧ ਲੁਭਾਣਾ। ਜੀਭ ਦੇ ਅੰਦਰ ਵਸ ਕੇ, ਜੀਭ ਦੇ ਅੰਦਰੋਂ ਇਹ ਬੋਲਦਾ ਹੈ ਅਤੇ ਜੀਭਾਂ ਦੇ ਸਵਾਦ ਰਸ ਦੇ ਵਿੱਚ ਲੁਭਾਏਮਾਨ ਹੁੰਦਾ ਹੈ। ਜੀਭ ਦੇ ਰਾਹੀਂ ਇਹ ਰਸ ਲੈਂਦਾ ਹੈ, ਇਹ ਬੋਲਦਾ ਹੈ ਮਨ।
ਹੱਥੀਂ ਕਿਰਤ ਕਮਾਵੰਦਾ ਪਗ ਚੱਲੈ ਸੁਜਾਣਾ। ਇਸੇ ਤਰ੍ਹਾਂ ਹੱਥਾਂ ਦੇ ਨਾਲ ਕਿਰਤ ਕਮਾਈ ਕਰਦਾ ਹੈ, ਪੈਰਾਂ ਦੇ ਨਾਲ ਇਹ ਚਤੁਰ ਬਣ ਕੇ ਸੁਜਾਣਾ ਸਿਆਣਾ ਬਣ ਕੇ ਚੱਲਦਾ ਹੈ, ਪੈਂਡਾ ਤੈਅ ਕਰਦਾ ਹੈ, ਵਾਟ ਮੁਕਾਉਂਦਾ ਹੈ। ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇਸ ਮਨੁੱਖਾ ਦੇਹੀ ਦੇ ਵਿੱਚ ਇਹ ਇੱਕ ਮਨ ਹੈ ਅਤੇ ਸਾਰੀਆਂ ਜਿਹੜੀਆਂ ਇੰਦਰੀਆਂ ਨੇ ਇਹ ਉਹਨਾਂ ਦਾ ਸ਼੍ਰੋਮਣੀ ਹੈ। ਇੱਕ ਮਨ ਇੰਦਰੀਆਂ ਦੇ ਨਾਲ ਮਿਲ ਕੇ ਉਹ ਵੱਖ-ਵੱਖ ਕਾਰਜ ਕਰਦਾ ਹੈ। ਅੱਖਾਂ ਵਿੱਚ ਵਸ ਕੇ ਵੇਖਦਾ ਹੈ, ਕੰਨਾਂ ਵਿੱਚ ਵਸ ਕੇ ਸੁਣਦਾ ਹੈ, ਰਸਨਾ ਵਿੱਚ ਵਸ ਕੇ ਬੋਲਦਾ ਹੈ, ਸਵਾਦ ਨੂੰ ਮਾਣਦਾ ਹੈ, ਉਹਦੇ 'ਤੇ ਲੁਭਾਏਮਾਨ ਹੁੰਦਾ ਹੈ। ਸੋ ਹੱਥਾਂ ਪੈਰਾਂ ਦੇ ਨਾਲ ਕਰਦਾ ਚੱਲਦਾ ਹੈ। ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਸੋ ਇਸ ਤਰ੍ਹਾਂ ਜਿੰਨੇ ਇੰਦਰੇ ਨੇ ਨਾ ਇਹ ਇਸ ਨੂੰ ਪ੍ਰਵਾਨ ਕਰਦੇ ਹੈ, ਜਾਂ ਇਉਂ ਕਹਿ ਲਓ ਵੀ ਮਨ ਦੀ ਸਲਾਹ ਦੇ ਨਾਲ ਜਿਹੜੇ ਇੰਦਰੇ ਨੇ ਨਾ ਉਹ ਚੱਲਦੇ ਹੈ। ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪੇ ਆਪ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਅਤੇ ਗੁਰਮੁਖ ਜਨ ਉਹਨੂੰ ਇੱਕ ਨੂੰ ਸਾਰਿਆਂ ਦੇ ਵਿੱਚ ਵਰਤਦਾ ਜਾਣ ਕੇ ਉਹਦੇ ਸੁੱਖ ਨੂੰ ਮਾਣਦੇ ਹੈ। ਮਨ ਤਾਂ ਇੱਕ ਹੀ ਹੈ, ਇੰਦਰੀਆਂ ਰਾਹੀਂ ਇਹ ਤਰ੍ਹਾਂ ਤਰ੍ਹਾਂ ਦੇ ਰਸ ਲੈਂਦਾ ਹੈ। ਸੋ ਇਸੇ ਤਰ੍ਹਾਂ ਇੱਕ ਪਰਮਾਤਮਾ ਉਹਦੀ ਜੋਤ ਹੈ ਸਾਰਿਆਂ ਦੇ ਵਿੱਚ, ਉਹੀ ਸਾਰਿਆਂ ਦੇ ਵਿੱਚ ਵਸ ਕੇ ਵੇਖ ਰਿਹਾ ਹੈ, ਸੁਣ ਰਿਹਾ ਹੈ, ਬੋਲ ਰਿਹਾ ਹੈ, ਤੁਰ ਰਿਹਾ ਹੈ, ਹੱਥੀਂ ਕੰਮ ਕਰ ਰਿਹਾ ਹੈ। ਸਾਰਾ ਕੁਝ ਪਰਮੇਸ਼ਰ ਆਪ ਹੀ ਸਾਰੀਆਂ ਥਾਵਾਂ 'ਤੇ ਵਸ ਕੇ ਕਰ ਰਿਹਾ ਹੈ। ਪਵਨ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ। ਹੁਣ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ ਵੀ ਇਹ ਜਿਹੜੀ ਸ੍ਰਿਸ਼ਟੀ ਹੈ ਅਤੇ ਕਰਤਾ ਪੁਰਖ ਪਰਮੇਸ਼ਰ ਹੈ, ਇਹਦਾ ਸੰਬੰਧ ਹੈ। ਪਵਨ ਗੁਰੂ, ਜਿਹੜੀ ਪਵਨ ਹੈ ਹਵਾ, ਇਹ ਗੁਰੂ ਮੰਨੀ ਹੈ। ਗੁਰ ਸ਼ਬਦ ਹੈ ਅਤੇ ਗੁਰੂ ਦਾ ਸ਼ਬਦ ਇਹ ਗੁਰੂ ਹੈ। ਜਿਵੇਂ ਸਾਡੇ ਸਰੀਰ ਨੂੰ ਪੌਣ ਚਲਾਉਂਦੀ ਹੈ, ਜੇ ਸਵਾਸ ਨਾ ਮਿਲੇ, ਸਾਹ ਨਾ ਆਵੇ ਬੰਦੇ ਨੂੰ, ਆਕਸੀਜਨ ਨਾ ਮਿਲੇ, ਸਰੀਰਕ ਮੌਤ ਹੈ। ਇਸੇ ਤਰ੍ਹਾਂ ਸ਼ਬਦ ਤੋਂ ਬਿਨਾਂ ਆਤਮਿਕ ਮੌਤ ਹੈ। ਸ਼ਬਦ ਹੀ ਸਾਡੇ ਜੀਵਨ ਨੂੰ ਸੰਵਾਰਦਾ ਹੈ ਅਤੇ ਸ਼ਬਦ ਹੀ ਜਿੱਥੋਂ ਦਾ ਵਾਸੀ ਹੈ ਸੱਚਖੰਡ ਦੇਸ਼ ਦਾ, ਧੁਰ ਕੀ ਬਾਣੀ, ਉੱਥੋਂ ਤੱਕ ਸਾਡੀ ਸੁਰਤ ਨੂੰ ਲੈ ਕੇ ਜਾਂਦਾ ਹੈ। ਪਵਨ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ। ਇਸ ਤੋਂ ਹੀ ਰਾਗਾਂ ਦਾ ਅਤੇ ਨਾਦ ਸ਼ਬਦਾਂ ਦਾ ਵਿਚਾਰ ਕੀਤਾ ਜਾਂਦਾ ਹੈ। ਪਵਨ ਜਿਹੜੀ ਹੈ ਪੌਣ, ਉਹ ਗੁਰੂ ਹੈ ਅਤੇ ਗੁਰੂ ਦਾ ਸ਼ਬਦ ਇਹ ਗੁਰੂ ਹੈ। ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ। ਮਾਤਾ ਕੀ ਹੈ? ਧਰਤੀ। ਧਰਤੀ ਜਿਹੜੀ ਹੈ ਉਹ ਮਾਂ ਹੈ, ਇਹਦੇ ਵਿੱਚੋਂ ਹੀ ਸਾਰੇ ਜਨਮ ਲੈਂਦੇ ਹੈ, ਇਹਦੇ ਤੋਂ ਹੀ ਅਸੀਂ ਪੈਦਾ ਹੁੰਦੇ ਹਾਂ। ਜਦੋਂ ਅਸੀਂ ਡੂੰਘੀ ਵਿਚਾਰ ਕਰਦੇ ਹਾਂ, ਪੰਜ ਕੋਸ਼ਾਂ ਦੀ ਵਿਚਾਰ, ਅੰਨਮੈ ਕੋਸ਼, ਧਰਤੀ ਤੋਂ ਅੰਨ ਪੈਦਾ ਹੁੰਦਾ ਹੈ। ਉਹ ਅੰਨ ਜਦੋਂ ਮਨੁੱਖ ਖਾਂਦਾ ਹੈ, ਮਾਤਾ ਪਿਤਾ ਖਾਂਦੇ ਨੇ, ਖੂਨ ਬਣਦਾ ਹੈ, ਅੱਗੇ ਫਿਰ ਜਾ ਕਰਕੇ ਵੀਰਜ ਬਣਦਾ ਹੈ। ਮਾਤਾ ਪਿਤਾ ਦੇ ਸੰਯੋਗ ਤੋਂ ਸੰਤਾਨ ਦੀ ਉਤਪੱਤੀ ਹੁੰਦੀ ਹੈ, ਬੱਚਾ ਜਨਮ ਲੈਂਦਾ ਹੈ, ਵੱਡਾ ਹੁੰਦਾ ਹੈ, ਕੁਝ ਵਰ੍ਹੇ ਸੰਸਾਰ ਦੇ ਵਿੱਚ ਰਹਿੰਦਾ ਹੈ, ਅਖੀਰ ਫੇਰ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਹੈ। ਇੱਥੋਂ ਹੀ ਪੈਦਾ ਹੋਇਆ, ਇਹਦੇ ਵਿੱਚ ਹੀ ਸਮਾ ਗਿਆ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਧਰਤੀ ਇਹ ਮਾਂ ਹੈ, ਇਹਦੀ ਕੁੱਖ ਤੋਂ ਹੀ ਜਨਮ ਲੈਂਦਾ ਹੈ ਅਤੇ ਇਹਦੀ ਕੁੱਖ ਦੇ ਵਿੱਚ ਹੀ ਫਿਰ ਸਮਾ ਜਾਂਦਾ ਹੈ। ਮਾਤ ਪਿਤਾ ਜਲ ਧਰਤ ਹੈ, ਜਿਹੜਾ ਜਲ ਹੈ ਉਹ ਪਿਤਾ ਹੈ। ਜਲ ਤੋਂ ਹੀ ਬਿੰਦ ਬਣਦਾ ਹੈ,
ਉਤਪਤ ਸੰਸਾਰਾ, ਸਾਰੇ ਸੰਸਾਰ ਦੀ ਉਤਪੱਤੀ ਹੁੰਦੀ ਹੈ। ਦਾਈ ਦਾਇਆ ਰਾਤ ਦੇਹੋ, ਵਰਤੇ ਵਰਤਾਰਾ। ਦਾਈ ਤੇ ਦਾਇਆ। ਦਾਇਆ ਕਹਿੰਦੇ ਖਿਡਾਵੇ ਨੂੰ, ਜਿਹੜਾ ਖਿਡਾਉਣ ਵਾਲਾ ਹੁੰਦਾ। ਰਾਜਿਆਂ ਮਹਾਰਾਜਿਆਂ ਦੇ ਪੁੱਤਰਾਂ ਨੂੰ ਦਾਏ ਰੱਖੇ ਹੁੰਦੇ ਸਨ, ਉਹ ਖਿਡਾਉਂਦੇ ਸਨ। ਬਾਗਾਂ ਦੀ ਸੈਰ ਕਰਾਉਣੀ, ਬਾਹਰ ਲੈ ਜਾਣਾ। ਜਿਹੜੀ ਰਾਤ ਹੈ, ਦਾਈ ਦਾਇਆ ਰਾਤ ਦੇਹੋ। ਰਾਤ ਕੀ ਹੈ? ਦਾਈ ਹੈ, ਸਵਾਉਣ ਵਾਲੀ ਹੈ। ਰਾਤ ਨੂੰ ਸਾਰੇ ਟਿਕ ਜਾਂਦੇ ਨੇ, ਬਹੁਤਾਤ ਵਿੱਚ ਲੋਕ ਸੌਂਦੇ ਹੈ, ਵਿਸ਼ਰਾਮ ਕਰਦੇ। ਜਿਹੜੀ ਰਾਤ ਹੈ ਇਹ ਹੈ ਦਾਈ, ਅਤੇ ਦਿਨ ਜਿਹੜਾ ਹੈ ਉਹ ਖਿਡਾਵਾ ਹੈ, ਖਿਡਾਉਣ ਵਾਲਾ, ਬਾਗਾਂ ਦੀ ਸੈਰ ਕਰਾਉਣ ਵਾਲਾ, ਥਾਂ ਥਾਂ 'ਤੇ ਲਿਜਾਉਣ ਵਾਲਾ। ਦਿਨੇ ਸਾਰੇ ਕੰਮਾਂ ਕਾਰਾਂ ਦੇ ਵਿੱਚ ਭੱਜੇ ਫਿਰਦੇ ਨੇ, ਤੋ ਦਿਨ ਦਾਇਆ ਹੈ। ਵਰਤੇ ਸੰਸਾਰਾ, ਸਾਰਾ ਸੰਸਾਰ ਇਸ ਵਰਤਾਰੇ ਦੇ ਵਿੱਚ ਵਰਤ ਰਿਹਾ ਹੈ। ਸਿਵ ਸਕਤੀ ਕਾ ਖੇਲ ਮੇਲ, ਪਰ ਕਿਰਤ ਪਸਾਰਾ। ਸਿਵ ਕਲਿਆਣ ਸਰੂਪ ਪਰਮਾਤਮਾ, ਉਹਦੀ ਜਿਹੜੀ ਚੇਤਨ ਸ਼ਕਤੀ ਹੈ, ਅਤੇ ਸ਼ਕਤੀ ਕਹਿੰਦੇ ਨੇ ਜਿਹੜੀ ਮਾਇਆ ਹੈ। ਚੇਤਨ ਅਤੇ ਮਾਇਆ ਦਾ ਮੇਲ ਕਰਕੇ ਉਹਨੇ ਇਹ ਸਾਰੀ ਖੇਡ ਰਚੀ ਹੋਈ ਹੈ। ਇਹ ਸਾਰੀ ਪ੍ਰਕਿਰਤੀ ਦਾ, ਕੁਦਰਤ ਦਾ ਪਸਾਰਾ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੋਇਆ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਘਟ ਚੰਦਰ ਅਕਾਰਾ। ਪਾਰ ਬ੍ਰਹਮ ਨਿਰਗੁਣ ਸਰੂਪ ਅਤੇ ਪੂਰਨ ਬ੍ਰਹਮ ਸਰਗੁਣ ਸਰੂਪ ਪਰਮੇਸ਼ਰ ਸਾਰੀਆਂ ਥਾਵਾਂ 'ਤੇ ਇਉਂ ਵਸ ਰਿਹਾ ਹੈ। ਘਟ ਚੰਦਰ ਅਕਾਰਾ, ਜਿਵੇਂ ਘੜੇ ਦੇ ਵਿੱਚ ਚੰਦਰਮਾ ਦਾ ਆਕਾਰ ਹੁੰਦਾ ਹੈ। ਜਿਉਂ ਜਲ ਘਟਾਊ ਚੰਦਰਮਾ, ਹਜ਼ਾਰਾਂ ਘੜੇ ਭਰੇ ਪਏ ਹੋਣ ਪਾਣੀ ਦੇ ਨਾਲ, ਆਕਾਸ਼ ਵਿੱਚ ਚੰਦਰਮਾ ਇੱਕੋ ਹੀ ਹੁੰਦਾ, ਪਰ ਉਹਨਾਂ ਸਾਰਿਆਂ ਘੜਿਆਂ ਦੇ ਵਿੱਚ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ। ਉਹਨਾਂ ਦੇ ਵਿੱਚ ਚੰਦਰਮਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਇੱਕ ਹੈ, ਉਹਦੀ ਜੋਤ ਪ੍ਰਤਿਬਿੰਬ ਪਰਛਾਵਾਂ ਸਾਰਿਆਂ ਦੇ ਵਿੱਚ ਹੈ, ਜੋ ਚਾਨਣ ਕਰ ਰਿਹਾ ਹੈ, ਚੇਤਨ ਸੱਤਾ ਦੇ ਰਿਹਾ ਹੈ। ਅੱਖਾਂ ਵਿੱਚ ਵਸ ਕੇ ਉਹ ਚੇਤਨ ਸੱਤਾ ਦੇਖਦੀ ਹੈ, ਕੰਨਾਂ ਵਿੱਚ ਵਸ ਕੇ ਸੁਣਦੀ ਹੈ, ਰਸਨਾ ਵਿੱਚ ਵਸ ਕੇ ਬੋਲਦੀ ਹੈ। ਸੋ ਉਹਦੀ ਜੋਤ ਹੈ ਸਾਰੇ ਥਾਵਾਂ 'ਤੇ। ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ। ਇਉਂ ਪਰਮਾਤਮਾ ਆਪ ਹੀ ਆਪ ਸਾਰੇ ਪਾਸੇ ਵਰਤ ਰਿਹਾ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੇ ਨਿਰਧਾਰਾ, ਨਿਰਣੈ ਕੀਤਾ ਹੋਇਆ ਹੈ। ਅਥਵਾ ਉਹਨਾਂ ਜਿਹੜੇ ਗੁਰੂ ਦੇ ਚਰਨ ਸ਼ਰਨ ਦੇ ਵਿੱਚ ਪੈ ਕੇ ਗੁਰੂ ਉਪਦੇਸ਼ਾਂ ਨੂੰ ਕਮਾਉਂਦੇ ਹੈ, ਗੁਰੂ ਤੋਂ ਗਿਆਨ ਪ੍ਰਾਪਤ ਕਰਦੇ ਹੈ, ਉਹ ਇਸ ਗੱਲ ਦਾ ਨਿਰਣਾ ਕਰ ਲੈਂਦੇ ਹੈ, ਸਾਰੀਆਂ ਥਾਵਾਂ 'ਤੇ ਪਰਮੇਸ਼ਰ ਆਪ ਵਸ ਰਿਹਾ ਹੈ। ਹੁਣ ਇਹ ਅਖੀਰਲੀ ਅਗਲੀ 20ਵੀਂ ਪੌੜੀ ਹੈ ਦੂਜੀ ਵਾਰ ਦੀ। ਫੁੱਲਾਂ ਅੰਦਰ ਵਾਸ ਹੈ, ਹੋਏ ਭਵਰ ਲੁਭਾਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਰਮਾਤਮਾ ਸਾਰੇ ਰੂਪਾਂ ਦੇ ਵਿੱਚ ਵਸ ਰਿਹਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਕਹਿੰਦੇ ਜਿਵੇਂ ਮਾਲਾ ਦੇ ਮੋਤੀ ਹਜ਼ਾਰਾਂ ਹੁੰਦੇ ਹੈ, ਸੂਤਰ ਵਿੱਚ ਧਾਗਾ ਇੱਕੋ ਹੀ ਹੁੰਦਾ ਹੈ, ਇਸ ਤਰ੍ਹਾਂ ਪਰਮਾਤਮਾ, ਉਹਦੀ ਜੋਤ ਸਾਰਿਆਂ ਦੇ ਵਿੱਚ ਇੱਕ ਦੀ ਹੀ ਹੈ। ਫੁੱਲਾਂ ਅੰਦਰ ਵਾਸ ਹੈ, ਫੁੱਲਾਂ ਦੇ ਵਿੱਚ ਸੁਗੰਧੀ ਹੈ। ਹੋਏ ਭਵਰ ਲੁਭਾਣਾ, ਅਤੇ ਭੌਰਾ ਬਣ ਕੇ ਉਹ ਉਸ ਸੁਗੰਧੀ ਦੇ ਉੱਤੇ ਲੁਭਾਏਮਾਨ ਹੁੰਦਾ ਹੈ। ਫੁੱਲਾਂ ਦੇ ਵਿੱਚ ਵੀ ਆਪ ਹੈ ਅਤੇ ਭੌਰੇ ਦੇ ਵਿੱਚ ਵੀ। ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਸੋ ਪਰਮਾਤਮਾ ਭੌਰਾ ਬਣ ਕੇ ਉੱਥੇ ਲੁਭਾਏਮਾਨ ਹੁੰਦਾ ਹੈ। ਅੰਬਾਂ ਅੰਦਰ ਰਸ ਧਰੇ, ਕੋਇਲ ਰਸ ਮਾਣਾ। ਅੰਬਾਂ ਨੂੰ ਬੂਰ ਪੈਂਦਾ ਹੈ, ਅੰਬੀਆਂ ਲੱਗਦੀਆਂ ਨੇ, ਫਿਰ ਉਹ ਵੱਡੇ ਅੰਬ ਬਣ ਜਾਂਦੇ ਨੇ, ਮਿਠਾਸ ਭਰ ਜਾਂਦੀ ਅੰਬਾਂ ਦੇ ਵਿੱਚ। ਅੰਬਾਂ ਦੇ ਵਿੱਚ ਰਸ ਧਰਿਆ ਹੋਇਆ ਹੈ। ਕੋਇਲ ਰਸ ਮਾਣਾ, ਅਤੇ ਕੋਇਲ
ਰਸ ਮਾਣਦੀ ਹੈ ਅੰਬਾਂ ਦਾ। ਅੰਬਾਂ ਦੇ ਉੱਤੇ ਬਹਿ ਕੇ ਉੱਥੇ ਅੰਬਾਂ ਦੇ ਦਰਖਤਾਂ ਦੇ ਉੱਤੇ ਉਹ ਨਗਮੇ ਅਲਾਪਦੀ ਹੈ, ਸੁਰੀਲੀ ਆਵਾਜ਼ ਵਿੱਚ ਗੀਤ ਗਾਉਂਦੀ ਹੈ। ਸੋ ਕੋਇਲ ਅੰਬਾਂ 'ਤੇ ਮਸਤ ਹੁੰਦੀ ਹੈ, ਉਹਦੇ ਵਿੱਚ ਵਸ ਕੇ ਵੀ ਪਰਮਾਤਮਾ ਅੰਬਾਂ ਦੇ ਰਸ ਨੂੰ ਮਾਣਦਾ ਹੈ। ਮੋਰ ਬਬੀਹਾ ਹੋਏ ਕੈ ਘਣ ਵਰਸ ਸਿਆਣਾ। ਮੋਰ ਤੇ ਬਬੀਹਾ ਪਪੀਹਾ ਬਣ ਕਰਕੇ ਘਣ ਵਰਸ ਸਿਆਣਾ। ਅਤੇ ਜਦੋਂ ਘਣ ਵਰਸ ਬੱਦਲ ਵਰਦੇ ਹੈ, ਉਹ ਆਪ ਆਪਣੇ ਆਪ ਦੀ ਸਿਆਣ ਕਰਦਾ ਹੈ। ਬੱਦਲ ਰੂਪ ਵੀ ਆਪ ਹੋ ਕੇ ਵਰਦਾ ਹੈ ਅਤੇ ਮੋਰ ਪਪੀਹੇ ਬਣ ਕੇ ਆਪ ਹੀ ਫਿਰ ਮਸਤ ਹੁੰਦਾ ਹੈ। ਮੋਰ ਬੱਦਲਾਂ ਨੂੰ ਵੇਖ ਕੇ ਪਹਿਲਾਂ ਪਾਉਂਦੇ ਹੈ, ਨੱਚਦੇ ਹੈ, ਪਪੀਹੇ ਬੋਲਦੇ ਹੈ, ਉਹ ਆਨੰਦਿਤ ਹੋ ਜਾਂਦੇ, ਮਸਤ ਹੋ ਜਾਂਦੇ ਹੈ। ਖੀਰ ਨੀਰ ਸੰਜੋਗ ਹੋਏ ਕਲੀ ਕੰਦ ਵਖਾਣਾ। ਜਿਵੇਂ ਦੁੱਧ ਅਤੇ ਪਾਣੀ ਦਾ ਸੰਜੋਗ ਮੇਲ ਹੁੰਦਾ ਹੈ ਅਤੇ ਕਲੀ ਕੰਦ, ਕਲੀ ਕੰਦ ਦਾ ਆਖਰੀ ਅਰਥ ਮਠਿਆਈ, ਬਰਫੀ ਕਹਿ ਲਓ। ਉਸ ਦੁੱਧ ਤੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਨੇ ਉਹਨਾਂ ਦਾ ਸੰਜੋਗ ਹੁੰਦਾ ਹੈ। ਕਈ ਤਰ੍ਹਾਂ ਦੀਆਂ ਮਠਿਆਈਆਂ ਬਣਦੀਆਂ ਨੇ, ਉਹਨਾਂ ਦੇ ਵਿੱਚ ਮਿੱਠਾ ਹੈ, ਉਹਨਾਂ ਦੇ ਵਿੱਚ ਰਸ ਹੈ। ਖੀਰ ਨੀਰ ਸੰਜੋਗ ਹੋਏ ਕਲੀ ਕੰਦ ਵਖਾਣਾ। ਸੋ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੋ ਹੈ ਨਾ, ਉਹ ਮਿਠਾਸ ਰੂਪ ਹੋ ਕਰਕੇ, ਰਸ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਵਸਦਾ ਹੈ। ਓਅੰਕਾਰ ਆਕਾਰ ਕਰ ਹੋਏ ਪਿੰਡ ਪੁਰਾਣਾ। ਓਅੰਕਾਰ ਪਰਮਾਤਮਾ ਨੇ ਹੀ ਇਹ ਸਾਰਾ ਆਕਾਰ ਧਾਰਿਆ ਹੋਇਆ ਹੈ। ਜਿੰਨੇ ਆਕਾਰ ਅਸੀਂ ਵੇਖਦੇ ਹਾਂ ਉਹ ਪ੍ਰਭੂ ਪਰਮੇਸ਼ਰ ਦੇ ਆਪਣੇ ਹੀ ਨੇ। ਹੋਏ ਪਿੰਡ ਪੁਰਾਣਾ, ਅਤੇ ਉਹਨਾਂ ਜਿਹੜੇ ਆਕਾਰ ਧਾਰੇ ਨੇ, ਸਰੀਰ ਅਤੇ ਪ੍ਰਾਣ ਬਣ ਜਾਂਦਾ ਹੈ। ਸਰੀਰ ਵੀ ਉਹ ਆਪ ਹੀ ਹੈ ਅਤੇ ਸਰੀਰ ਦੇ ਵਿੱਚ ਵਸਦੇ ਹੋਏ ਪ੍ਰਾਣ ਵੀ ਉਹ ਆਪ ਹੀ ਹੈ। ਸਾਰੇ ਰੂਪਾਂ ਦੇ ਵਿੱਚ ਪਰਮੇਸ਼ਰ ਆਪ ਹੀ ਹੈ। ਫੁੱਲ ਵੀ ਆਪ ਹੈ, ਸੁਗੰਧੀ ਵੀ ਆਪ ਹੈ, ਫੁੱਲ ਨੂੰ ਉਸ ਰਸ ਨੂੰ ਲੈਣ ਵਾਲਾ ਵੀ ਉਹ ਆਪ ਹੀ ਹੈ, ਭੌਰਾ ਵੀ। ਅੰਬ, ਅੰਬਾਂ ਦਾ ਰਸ, ਕੋਇਲ ਬਣ ਕੇ ਆਪ ਹੀ ਨਗਮੇ ਅਲਾਪਦਾ ਹੈ। ਬੱਦਲ ਰੂਪ ਵੀ ਆਪ ਹੀ ਹੈ, ਮੋਰ ਪਪੀਹੇ ਹੋ ਕੇ ਉਹ ਆਪ ਹੀ ਇਹਨਾਂ 'ਤੇ ਮਸਤ ਹੁੰਦਾ ਹੈ। ਖੀਰ ਨੀਰ ਆਪ ਹੀ ਹੈ ਅਤੇ ਆਪ ਹੀ ਉਹ ਮਿਠਾਸ ਰੂਪ ਬਣਦਾ ਹੈ। ਆਪੇ ਆਪ ਵਰਤਦਾ ਗੁਰਮੁਖ ਪਰਵਾਣਾ। ਆਪੇ ਆਪ ਹੀ ਸਾਰੇ ਪਾਸੇ ਪਰਮੇਸ਼ਰ ਵਰਤ ਰਿਹਾ ਹੈ। ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਗੁਰੂ ਤੋਂ ਸਿੱਖਿਆ ਲਈ ਹੈ, ਉਹਨੂੰ ਹਰ ਥਾਂ 'ਤੇ ਵਸਦਾ ਹੋਇਆ ਪ੍ਰਵਾਨ ਕਰਦੇ ਹੈ। ਭਾਵ ਪ੍ਰਤੱਖ ਰੂਪ ਵਿੱਚ ਉਸ ਨੂੰ ਜ਼ਾਹਰਾ ਰੂਪ ਵਿੱਚ ਹਰ ਥਾਂ 'ਤੇ ਵੇਖਦੇ ਹੈ। ਪਰਮਾਤਮਾ ਹਰ ਥਾਂ 'ਤੇ ਵਸਦਾ ਹੈ। ਸੋ ਇਹ 20 ਪੌੜੀਆਂ ਦੂਜੀ ਵਾਰ ਦੀਆਂ ਹਨ ਜੋ ਇੱਥੇ ਸੰਪੂਰਨ ਹੋਈਆਂ ਨੇ। ਇਸ ਦੂਜੀ ਵਾਰ ਦਾ ਸਮੁੱਚਾ ਭਾਵ ਇਹ ਹੈ, ਪਰਮਾਤਮਾ ਸਾਰੀਆਂ ਥਾਵਾਂ 'ਤੇ ਵਸ ਰਿਹਾ ਹੈ। ਕੋਈ ਥਾਂ ਐਸਾ ਨਹੀਂ ਕਿ ਜਿੱਥੇ ਉਹ ਨਾ ਵਸਦਾ ਹੋਵੇ। ਪਸ਼ੂਆਂ ਵਿੱਚ, ਪੰਛੀਆਂ ਵਿੱਚ, ਦਰਖਤਾਂ ਵਿੱਚ, ਉੱਚਿਆਂ ਨੀਵਿਆਂ ਥਾਵਾਂ ਦੇ ਵਿੱਚ, ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਮਹਾਰਾਜ ਕਹਿੰਦੇ ਅਨੇਕ ਤਰੀਕਿਆਂ ਨਾਲ ਹੋ ਕੇ ਉਹ ਵਸ ਰਿਹਾ ਹੈ ਪਰਮਾਤਮਾ। ਸਤਿਗੁਰੂ ਮਿਹਰ ਕਰਨ ਸੋ ਦੂਜੀ ਵਾਰ ਸੰਪੂਰਨ ਹੋਈ ਹੈ। ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਓਅੰਕਾਰ ਆਕਾਰ ਕਰ ਹੋਏ ਪਿੰਡ ਪੁਰਾਣਾ। ਆਪੇ ਆਪ ਵਰਤਦਾ ਗੁਰਮੁਖ ਪਰਵਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ। ਮਾਤ ਪਿਤਾ ਹਮ ਬਰਕ ਤੇ
ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੇ ਗਤ ਮੇਲੇ ਤੁਮਹੀ ਜਾਨੀ। ਨਾਨਕ ਦਾਸ ਸਦਾ